सन 87 होलियां के दिन सी ते होलियां च मत्था टेकन गया शहीदां दा, मुड़ के वापस नहीं आया। टीवी से भी कटाया, मैं थाने च रिपोर्टां भी दित्तियां, माल मंडी आई ही फौज उत्थे भी दित्तियां अर्जियां, पर मैनूं कितों भी दस धुख नहीं पई। मुड़ के मैं एक दिन रोंदी पिटदी, मैं क्या छोटे अपने मुंडे नूं भी मैं ना तेरे भरा नूं लब्भण जाना, जो ना लब्भा ते मैं उत्थे घर नहीं होना ना। मैं चाटीगंड रोड दे गई, दुनिया बड़ी उत्थे इकट्ठी होई ते नहर दे विचों लाश गोलियां वज्जियां कड्ढ के उत्थे लटाई मैं फुटपाथ से। मैनूं मुंडा मेरा छोटा कहंदा वा तुसीं भी भरा नूं लब्भण चले जाना, वेखो भरा दी लाश पई। ਤੁਹਾਡਾ ਮੈਟਰ ਸੁਲਝਾਇਆ ਜਾਊਗਾ, ਤੁਸੀਂ ਸਾਡੀਆਂ ਸਰਕਾਰਾਂ ਬਣਵਾਓ, ਠੀਕ ਹੈ, ਸਭ ਕੁਝ ਕਰਵਾਓ, ਸਾਥ ਦਿਓ ਸਾਡਾ, ਅਸੀਂ ਤੁਹਾਡੇ ਨਾਲ ਆ। 80 साल की मेरी उम्र है ते हम एक सवा महीना होया मेरा पुत्र गए नूं, मैनूं रात दिन नींद नहीं आउंदी कि मेरे पुत्र दा की बनूगा। कोई काम नहीं, कोई कुछ नहीं, कोई सुनाई नहीं देंदी सरकार ने, कोई कुछ नहीं है ते की करांगे। अजे तक कि सरकार ने नहीं सुनी। लोग कहते हैं सरकारां बड़ियां मददां करदियां, सरकार गरीबां दी सुणदे आ, पर मेरी गरीबनी दी किसे ने नहीं सुनी। उम्मीद हैगी है कि सरकार देगी तो उम्मीद ਤੇ ਹੈਗੀ ਸੀ, ਬਟ ਜੇ ਸੁਣ ਕੇ ਇਹੋ ਜਿਹੇ ਹਾਲਾਤ ਦਿਖ ਰਹੇ ਆ ਕਿ ਅੱਜ ਉਮੀਦ ਬਣਦੀ ਨਹੀਂ ਹੈ। ਜੇ ਇੰਨੀ ਦੇਰ ਤੱਕ ਸੁਣਵਾਈ ਨਹੀਂ ਹੋਈ ਤੇ ਅੱਗੇ ਕੀ ਕਹਿ ਸਕਦੇ ਅਸੀਂ। ਧੱਕੇ ਥੋੜੇ ਖਾਂਦੀ ਫਿਰਦੀਆਂ, ਪਤਾ ਨਹੀਂ ਮੈਨੂੰ ਅੱਜ ਬੁਲਾਵਾ ਆ ਜਾਵੇ, ਕੱਲ ਆ ਜਾਵੇ, ਮਿਹਰਬਾਨੀ ਕਰਕੇ ਮੇਰਾ ਹੱਕ ਮੈਨੂੰ ਦਿੱਤਾ ਜਾਵੇ। ਸਾਡੇ ਘਰ ਦੇ ਤੇ ਲੋਨ ਤੱਕ ਆ, ਸਾਡੀ ਰਜਿਸਟਰੀ ਤੱਕ ਗਹਿਣੇ, ਅਸੀਂ ਪਰੇਸ਼ਾਨ ਹਾਂ ਅੱਜ। ਨਵਜੋਤ ਸਿੰਘ ਸਿੱਧੂ ਜੀ, ਜੋ ਉਹਨਾਂ ਦੀ ਮਿਸਿਜ਼ ਨੇ ਕਿਹਾ ਗਿਆ ਸੀ ਉਸ ਟਾਈਮ ਸਾਡੇ ਕੋਲ ਇੱਥੇ ਆਏ ਸੀ, ਸਾਡੀ ਸਰਕਾਰ ਦਾ ਸਾਥ ਦਿਓ, ਸਾਡੀ ਸਰਕਾਰ ਬਣਵਾਓ ਤੇ ਅਸੀਂ ਤੁਹਾਡੇ ਇਸ ਮੈਟਰ ਨੂੰ ਅਸੀਂ ਸੋਲਵ ਕਰਾਂਗੇ, ਕੋਈ ਗੱਲ ਨਹੀਂ, ਤੁਸੀਂ ਹੌਸਲਾ ਰੱਖੋ। ਉਸ ਟਾਈਮ ਸਾਨੂੰ ਬੜਾ ਸਵਾਰਥ ਦਿੱਤਾ ਗਿਆ ਇਸ, ਉਸ ਤੋਂ ਬਾਅਦ ਕੋਈ ਨਹੀਂ ਆਇਆ। आतंकवादी दौर ਦੇ ਵਿੱਚ ਬੜੇ ਘਰ ਬਰਬਾਦ ਹੋਏ ਸਨ। ਬੜੀਆਂ ਮਾਵਾਂ ਨੂੰ ਇੰਤਜ਼ਾਰ ਰਿਹਾ ਸੀ ਕਿ ਸ਼ਾਇਦ ਸਾਡਾ ਪੁੱਤ ਜਿਹੜਾ ਉਹ ਵਾਪਸ ਆ ਜਾਏਗਾ, ਪਰ ਨਹੀਂ ਆਇਆ। ਬੜੀਆਂ ਪਤਨੀਆਂ ਨੂੰ ਇੰਤਜ਼ਾਰ ਰਿਹਾ ਸੀ ਕਿ ਸਾਡਾ ਘਰ ਵਾਲਾ ਵਾਪਸ ਆ ਜਾਏਗਾ, ਪਰ ਉਹ ਨਹੀਂ ਆਇਆ। ਬੜੇ ਬੱਚਿਆਂ ਨੂੰ ਇੰਤਜ਼ਾਰ ਰਿਹਾ ਸੀ ਕਿ ਸਾਡਾ ਪਿਤਾ ਹੁਣ ਵਾਪਸ ਆ ਜਾਏਗਾ, ਪਰ ਉਹ ਨਹੀਂ ਆਇਆ ਸੀ। ਇੰਤਜ਼ਾਰ ਅਜੇ ਤੱਕ ਨਹੀਂ ਮੁੱਕੇ, ਇੰਤਜ਼ਾਰ ਅਜੇ ਤੱਕ ਚੱਲ ਰਹੇ ਨੇ। ਕੁਝ ਪਰਿਵਾਰਾਂ ਨੂੰ ਤਾਂ ਮ੍ਰਿਤਕ ਦੇਹਾਂ ਤੱਕ ਨਹੀਂ ਮਿਲੀਆਂ ਸੀ, ਉਹਨਾਂ ਨੂੰ ਵੀ ਇੰਤਜ਼ਾਰ ਹੈ ਕਿ ਸ਼ਾਇਦ ਜ਼ਿੰਦਾ ਹੋਵੇ, ਪਰ ਲੰਬਾ ਸਮਾਂ ਹੋ ਚੁੱਕਿਆ। ਇੱਕ ਪਰਿਵਾਰ ਨੂੰ ਵੀ ਇੰਤਜ਼ਾਰ ਹੈ। ਹੁਣ ਇੰਤਜ਼ਾਰ ਇਹਨਾਂ ਦੀ ਮ੍ਰਿਤਕ ਦੇਹ ਦਾ ਨਹੀਂ ਹੈ ਜਿਨ੍ਹਾਂ ਦੀ ਮੌਤ ਹੋਈ ਹੈ, ਹੁਣ ਇੰਤਜ਼ਾਰ ਹੈ ਕਿ ਸਰਕਾਰ ਸਾਡਾ ਪੱਲਾ ਕਦੋਂ ਫੜਦੀ ਹੈ। ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਜੇ, ਇਹਨਾਂ ਦੋਨਾਂ ਜਣੇ ਦੀ ਮੌਤ ਹੋ ਚੁੱਕੀ ਹੈ, ਦੋਨੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ। ਇੱਕ ਦੀ ਮੌਤ ਆਤੰਕਵਾਦੀ ਦੌਰ ਦੇ ਵਿੱਚ ਹੋਈ ਸੀ, ਤਾਂ ਦੂਸਰੇ ਦੀ ਮੌਤ ਕੁਝ ਹੀ ਦਿਨ ਹੋਏ ਆ ਤਾਂ ਹੋਈ ਆ। ਸਿਰਫ ਉਹਨਾਂ ਨੂੰ ਇਹੋ ਹੀ ਆ, ਜਿਹੜੀ ਦੂਸਰੇ ਦੀ ਮੌਤ ਹੋਈ ਆ, ਉਹਨਾਂ ਵੱਲੋਂ ਸਿਰਫ ਤੇ ਸਿਰਫ ਸਰਕਾਰ ਦੇ ਅੱਗੇ ਆਪਣੀ ਪੂਰੀ ਜ਼ਿੰਦਗੀ, ਜਿੰਨੀ ਕਿ ਜ਼ਿੰਦਗੀ ਕੱਢੀ ਆ, ਉਹ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਸਰਕਾਰ ਦੇ ਅੱਗੇ ਬੇਨਤੀ ਕੀਤੀ ਗਈ ਸੀ ਕਿ ਸਾਡਾ ਕੋਈ ਹੱਲ ਕੀਤਾ ਜਾਵੇ, ਸਰਕਾਰੀ ਨੁਮਾਇੰਦੇ ਬਣਾ ਲਿੱਤਾ ਜਾਵੇ ਸਾਨੂੰ, ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਤਾਂ ਹੁਣ ਇਹਨਾਂ ਦੀ ਮੌਤ ਹੋਣ ਤੋਂ ਬਾਅਦ ਦੋਵੇਂ ਪੁੱਤ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਅਰਜ਼ੀਆਂ ਫੜ ਕੇ ਬੈਠੇ ਨੇ। ਬੜੀ ਜਗ੍ਹਾ ਠੋਕਰਾਂ ਖਾਧੀਆਂ, ਬੜੀ ਜਗ੍ਹਾ ਮਿਲਣ ਗਏ ਸਰਕਾਰੀ ਨੁਮਾਇੰਦਿਆਂ ਨੂੰ। ਸੂਬਾ ਸਰਕਾਰ ਵੱਲੋਂ ਸ਼ਾਇਦ ਦਾਅਵਾ ਕੀਤਾ ਗਿਆ ਸੀ ਕਿ ਸਾਰੇ ਘਰਾਂ ਦੇ ਵਿੱਚ ਰੌਣਕਾਂ ਲਗਾ ਦਾਂਗੇ, ਹਰ ਘਰ ਦੇ ਵਿੱਚ ਨੌਕਰੀ ਦਿੱਤੀ ਜਾਏਗੀ, ਪਰ ਇਹ ਨੌਕਰੀ ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਨ੍ਹਾਂ ਦਾ ਹੱਕ ਬਣਦਾ ਹੈ, ਉਹਨਾਂ ਨੂੰ ਤੱਕ ਨੌਕਰੀ ਨਹੀਂ ਮਿਲੀ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣ ਚੁੱਕੇ ਨੇ। ਅੰਮ੍ਰਿਤਸਰ ਦੇ ਵਿੱਚ ਅਸੀਂ ਮੌਜੂਦ ਹਾਂ, ਸੁਲਤਾਨਵਿੰਡ ਰੋਡ ਦੇ ਉੱਤੇ, ਜਿੱਥੇ ਕਿ ਇਹ ਪਰਿਵਾਰ ਸਿਰਫ ਮੰਗ ਕਰ ਰਿਹਾ। ਸਭ ਤੋਂ ਪਹਿਲਾਂ ਬੁੱਢੀ ਮਾਂ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ, ਜਿਨ੍ਹਾਂ ਦਾ ਪੁੱਤ ਚਲਾ ਗਿਆ ਤਾਂ ਮੁੜ ਵਾਪਸ ਨਹੀਂ ਆਇਆ। ਵਾਪਸ ਆਈ ਮ੍ਰਿਤਕ ਦੇਹ, ਵਾਪਸ ਆਈ ਉਹਨਾਂ ਦੀ ਲਾਸ਼, ਤਾਂ ਇੰਤਜ਼ਾਰ ਬੜਾ ਹੈ। ਪਹਿਲੇ ਦੱਸੋ ਹੋਇਆ ਕੀ ਸੀ ਪੁੱਤ ਨੂੰ, ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਸੀ ਉਦੋਂ? ਨਾਮ ਕੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਹੈ। ਮੇਰਾ ਲੜਕਾ ਜਿਹੜਾ ਵਾ ਉਹ ਐਤਵਾਰ ਛੁੱਟੀ ਸੀਗੀ, ਪੱਖਿਆਂ ਦਾ ਕੰਮ ਕਰਦਾ ਸੀ। ਕਿਹੜੀ ਸੀ ਉਦੋਂ? ਉਹ ਸਨ 87 ਜੀ, सन 87 होलियां के दिन सी ते होलियां च मत्था टेकन गया शहीदां दा, मुड़ के वापस नहीं आया। 3-4 दिन मैं डी रही, नहीं घर आया।
ਮੁੜ ਕੇ ਮੈਂ ਭੱਜ ਦੌੜ ਬੜੀ ਕੀਤੀ ਆ, ਟੀਵੀ 'ਚ ਵੀ ਕਢਾਇਆ, ਮੈਂ ਥਾਣੇ 'ਚ ਰਿਪੋਰਟਾਂ ਵੀ ਦਿੱਤੀਆਂ, ਮਾਲ ਮੰਡੀ ਆਈ ਸੀਗੀ ਫੌਜ, ਉੱਥੇ ਵੀ ਦਿੱਤੀਆਂ ਅਰਜ਼ੀਆਂ, ਪਰ ਮੈਨੂੰ ਕਿਉਂ ਵੀ ਦੱਸ ਧੁੱਖ ਨਹੀਂ ਪਈ। ਮੁੜ ਕੇ ਮੈਂ ਇੱਕ ਦਿਨ ਰੋਂਦੀ ਫਿਰਦੀ, ਮੈਂ ਕਿਹਾ ਛੋਟੇ ਆਪਣੇ ਮੁੰਡੇ ਨੂੰ ਵੀ ਮੈਂ ਨਾ ਤੇਰੇ ਭਰਾ ਨੂੰ ਲੱਭਣ ਜਾਣਾ, ਜੇ ਉਹ ਨਾ ਲੱਭਾ ਤੇ ਮੰਮੀ ਉੱਥੇ ਘਰ ਨਹੀਂ ਆਉਣਾ। ਨਾ ਮੈਂ ਚਾਟੀਗੰਡ ਰੋਡ ਦੇ ਉੱਤੇ ਗਈ ਤੇ ਦੁਨੀਆ ਬੜੀ ਉੱਥੇ ਇਕੱਠੀ ਹੋਈ ਤੇ ਨਹਿਰ ਦੇ ਵਿੱਚੋਂ ਲਾਸ਼ ਗੋਲੀਆਂ ਵੱਜੀਆਂ ਕੱਢ ਕੇ ਤੇ ਉੱਥੇ ਨਾ ਲਟਾਈ ਨਾ ਫੁੱਟਪਾਥ ਸੇ। ਮੈਨੂੰ ਮੁੰਡਾ ਮੇਰਾ ਛੋਟਾ ਕਹਿੰਦਾ ਵਾ ਤੁਸੀਂ ਮੇਰੇ ਭਰਾ ਨੂੰ ਲੱਭਣ ਚਲੇ ਜਾਏ ਨਾ, ਉਹ ਵੇਖੋ ਭਰਾ ਦੀ ਲਾਸ਼ ਪਈ ਉੱਥੇ। ਮੈਨੂੰ ਪਤਾ ਨਹੀਂ ਕੀ ਸੁਝਿਆ ਕੀ ਨਹੀਂ ਹੋ ਰਿਹਾ, ਕੀ ਕੁਛ ਮੈਂ ਇਹ ਕੀਤਾ। ਫਿਰ ਮੈਂ ਲੈ ਗਏ ਉਹਨੂੰ ਪੋਸਟਮਾਰਟਮ ਕਰਨ ਵਾਸਤੇ। ਪੋਸਟਮਾਰਟਮ ਰਾਤ ਉਹਨਾਂ ਨੇ ਰੱਖਿਆ, ਅਗਲੇ ਦਿਨ ਉਹਨਾਂ ਪੋਸਟਮਾਰਟਮ ਕੀਤਾ, ਫਿਰ ਉਹਨਾਂ ਨੇ ਲਾਸ਼ ਸਾਨੂੰ ਦੇ ਦਿੱਤੀ। ਅਸੀਂ ਉਹਦਾ ਸੰਸਕਾਰ ਕੀਤਾ। ਉਦੋਂ ਬੜੇ ਵਾਅਦੇ ਕੀਤੇ ਪੁਲਿਸ ਨੇ, ਥਾਣੇ ਨੇ, ਸਾਰਿਆਂ ਨੇ ਕਿਹਾ ਵੀ ਤੁਹਾਡੀ ਮਦਦ ਕਰਾਂਗੇ, ਕੋਈ ਗੱਲ ਨਹੀਂ, ਅਸੀਂ ਹਿੰਮਤ ਨਾ ਹਾਰਿਓ, ਕੋਈ ਵੀ ਗੱਲ ਚੀਜ਼ ਦੀ ਤੁਹਾਨੂੰ ਲੋੜ ਹੋਏ ਸਾਨੂੰ ਦੱਸਿਓ। ਬੜੇ ਉੱਚੀ ਪੱਧਰੀ ਦੇ ਉੱਤੇ ਚਿੱਠੀਆਂ ਪਾਈਆਂ ਨਾ, ਦਿੱਲੀ ਤੱਕ, ਕੀ ਨਾ ਗਵਰਨਰ ਤੱਕ, ਫਿਰ ਮਾਲ ਮੰਡੀ ਤੱਕ, ਸਾਰਿਆਂ ਨੂੰ ਚਿੱਠੀਆਂ ਪਾਈਆਂ ਵੀ ਮੇਰਾ ਇਸ ਤਰ੍ਹਾਂ ਬੱਚਾ ਪੂਰਾ ਹੋ ਗਿਆ। ਮੇਰਾ ਆਦਮੀ 5 ਸਾਲ ਹੋ ਗਏ ਪਹਿਲਾਂ ਪੂਰਾ ਹੋ ਗਿਆ, ਮੇਰਾ ਘਰ ਕਮਾਉਣ ਵਾਲਾ ਕੋਈ ਨਹੀਂ ਹੈਗਾ, ਮੇਰੇ ਛੋਟੇ ਬੱਚੇ, ਇੱਕ ਮੇਰੀ ਬੇਟੀ ਵਿਆਹੁਣ ਵਾਲੀ ਆ, 2 ਮੇਰੇ ਬੇਟੇ ਛੋਟੇ ਆ। ਬੜੀਆਂ ਸਰਕਾਰਾਂ ਮੈਨੂੰ ਹੌਸਲੇ ਦਿਲਾਸੇ ਦਿੰਦੀਆਂ ਰਹੀਆਂ। ਮੇਰਾ ਮੁੰਡਾ ਜਿਹੜਾ ਛੋਟਾ ਸੀ ਮੈਂ ਉਹਨੂੰ ਡਰਦੀ, ਉਹਨੂੰ ਨੌਕਰੀ 'ਤੇ ਨਹੀਂ ਲਵਾਉਂਦੀ, ਮੈਂ ਨਹੀਂ ਆ ਵੀ ਜੇ ਉਹ ਆਉਂਦਾ ਜੇ ਮੈਨੂੰ ਮਾਰਤਾ ਤਾਂ ਮੈਂ ਤੇਰਾ ਮਗਰ ਕੌਣ ਆਊਗਾ। ਮੈਂ ਬੜਾ ਭੱਜ ਦੌੜ ਕੀਤੀ ਪਰ ਉਹਨਾਂ ਮੇਰੀ ਸੁਣੀ ਨਹੀਂ। ਜਦੋਂ ਫਿਰ ਮੈਂ ਹਿੰਮਤ ਹਾਰ ਗਈ, ਫਿਰ ਮੈਂ ਬਹਿ ਗਈ ਚੁੱਪ ਕਰਕੇ। ਇਹ ਪ੍ਰਾਈਵੇਟ ਕੰਮ ਸੋਚਿਆ ਸੀ ਕਦੇ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਜਾਏਗਾ ਕਿ ਪੁੱਤ ਪਹਿਲਾਂ ਚਲੇ ਜਾਣਗੇ? ਨਾ, ਮੈਂ ਕਦੀ ਨਹੀਂ ਸੀ ਸੋਚਿਆ, ਨਹੀਂ ਇੰਨੀ ਗੱਲ ਤਾਂ ਕਦੀ ਸੋਚੀ ਨਹੀਂ। ਮੈਂ ਤਾਂ ਆਪਣੇ ਦੋਨੋਂ ਪੁੱਤਰ ਮੇਰੇ ਚਲੇ ਗਏ। ਹੁਣ ਇੱਕ ਬੁੱਢੇ ਬਾਰੇ 80 ਸਾਲ ਦੀ ਮੇਰੀ ਉਮਰ ਹੈ ਤੇ ਹੁਣ ਇੱਕ 1.25 ਮਹੀਨਾ ਹੋਇਆ ਮੇਰਾ ਪੁੱਤਰ ਗਏ ਨੂੰ। ਮੈਨੂੰ ਰਾਤ ਦਿਨ ਨੀਂਦ ਨਹੀਂ ਆਉਂਦੀ ਕਿ ਮੇਰੇ ਪੁੱਤਰਾਂ ਦਾ ਕੀ ਬਣੂਗਾ। ਨਾ ਇਹ ਕੋਈ ਕਹੇ ਜੇ ਨੌਕਰੀ ਕਰਨ ਜੋਗੇ ਪੜ੍ਹ ਲਿਖ ਕੇ ਧੱਕੇ ਖਾਂਦੇ ਫਿਰਦੇ, ਨਾ ਕਿ ਸਰਕਾਰ ਨੇ ਮੈਨੂੰ ਮੇਰੀ ਸੁਣੀ, ਨਾ ਅੱਜ ਤੱਕ ਮੇਰਾ ਲਾਲ ਕਾਰਡ ਬਣਿਆ। ਜੇ ਮੈਂ ਜਾਂਦੀ ਰਹੀ ਹਾਂ ਕਚਹਿਰੀ ਤੇ ਮੈਨੂੰ ਕਹਿਣਾ ਬੀਬੀ ਉਹ ਛੁੱਟੀ 'ਤੇ ਆ, ਜੇ ਮੈਂ ਫੇਰ ਜਾਣਾ ਫਲਾਣੇ ਦਿਨ ਆਈ ਫੇਰ ਜਾਣਾ, ਫੇਰ ਕਹਿਣਾ ਬੀਬੀ ਉਹਦੀ ਬਦਲੀ ਹੋ ਗਈ ਆ, ਬੀਬੀ ਕਿਸੇ ਨੂੰ ਲੈ ਗਿਆ ਕੌਣ ਸੀ ਤੂੰ, ਮੇਰਾ ਤੇ ਕੋਈ ਨਾ ਦੇਰ ਨਾ ਜੇਠ। ਸਿਰਫ ਖੱਜਲ ਖੁਆਰੀ ਦਾ ਹੀ ਸਾਹਮਣਾ ਕਰਨਾ ਪਿਆ। ਹਾਂਜੀ, ਖੱਜਲ ਖੁਆਰੀ ਦਾ ਮੈਨੂੰ ਸਾਹਮਣਾ ਕਰਨਾ ਪਿਆ। ਫਿਰ ਮੈਨੂੰ ਮਿਹਨਤ ਕਰਕੇ ਬੱਚਿਆਂ ਨੂੰ ਰੋਟੀ ਵੀ ਕਮਾ ਕੇ ਦੇਣੀ ਪੈਂਦੀ। ਮੈਂ ਸਿਲਾਈ ਦਾ ਕੰਮ ਕਰਦੀ ਸੀ, ਕਿ ਸਿਲਾਈ ਦਾ ਕੰਮ ਕਰਕੇ ਤੇ ਬੱਚਿਆਂ ਨੂੰ ਰੋਟੀ ਖਵਾਉਂਦੀ ਰਹੀ, ਕਿਰਾਏ 'ਤੇ ਮੈਂ ਰਹਿੰਦੀ ਸੀ ਮੇਰੀ। ਪਰ ਅੱਜ ਕੱਲ੍ਹ ਅਜੇ ਤੱਕ ਕਿ ਸਰਕਾਰ ਨੇ ਨਹੀਂ ਸੁਣੀ। ਲੋਕ ਕਹਿੰਦੇ ਆ ਸਰਕਾਰਾਂ ਬੜੀਆਂ ਮਦਦਾਂ ਕਰਦੀਆਂ, ਸਰਕਾਰਾਂ ਗਰੀਬਾਂ ਦੀ ਸੁਣਦੇ ਆ, ਪਰ ਮੇਰੀ ਗਰੀਬਣੀ ਦੀ ਕਿਸੇ ਨੇ ਨਹੀਂ ਸੁਣੀ। ਨਾ ਮੇਰੇ ਸਿਰ 'ਤੇ ਆਦਮੀ, ਨਾ ਮੇਰੇ ਤੋਂ ਮੈਂ ਪੁੱਤਰ ਰਹੇ, ਪੋਤਰੇ ਮੇਰੇ ਬੇਰੁਜ਼ਗਾਰ ਧੱਕੇ ਧੋੜੇ ਖਾਂਦੀ ਫਿਰਦੀਆਂ। ਪਤਾ ਨਹੀਂ ਮੈਨੂੰ ਅੱਜ ਬੁਲਾਵਾ ਅੱਜ ਵੀ ਕੱਲ੍ਹ ਆ ਜਾਵੇ। ਮਿਹਰਬਾਨੀ ਕਰਕੇ ਮੇਰਾ ਹੱਕ ਮੈਨੂੰ ਦਿੱਤਾ ਜਾਵੇ, ਮੇਰੇ ਬੱਚੇ ਦੀ ਨੌਕਰੀ ਜਿਹੜੀ ਮੇਰੇ ਇੱਕ ਬੱਚੇ ਨੂੰ ਦਿੱਤੀ ਜਾਵੇ। ਬਿਲਕੁਲ, ਇਹ ਪਰਿਵਾਰਿਕ ਮੈਂਬਰ ਜਿਹੜੇ ਨੇ ਨੌਕਰੀ ਦੀ ਮੰਗ ਕਰ ਰਹੇ ਆ। ਨੌਕਰੀ ਦੀ ਮੰਗ ਇਸ ਕਰਕੇ ਕਰ ਰਹੇ ਆ ਕਿ ਉਦੋਂ ਹਾਲਾਤ ਇਸ ਤਰ੍ਹਾਂ ਦੇ ਬਣੇ ਸੀ, ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਹਰ ਇੱਕ ਨੂੰ ਨੌਕਰੀ ਦੇਵਾਂਗੇ, ਆਮ ਬੰਦੇ ਨੂੰ ਵੀ ਨੌਕਰੀ ਦੇਵਾਂਗੇ। ਇਸ ਤਰ੍ਹਾਂ ਦੀ ਗੱਲ ਸਰਕਾਰ ਵੱਲੋਂ ਕਹੀ ਗਈ ਸੀ ਜਦੋਂ ਸੂਬਾ ਸਰਕਾਰ ਬਣੀ ਸੀ, ਜਦੋਂ ਕਾਂਗਰਸ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀ ਕਿ ਹਰ ਘਰ 'ਚ ਨੌਕਰੀ ਦੇਵਾਂਗੇ। ਪਰ ਅੱਜ ਜਿਹਨੂੰ ਜ਼ਰੂਰਤ ਹੈ ਉਹਨੂੰ ਵੀ ਨੌਕਰੀ ਨਹੀਂ ਮਿਲਦੀ ਪਈ। ਕੀ ਕਹਿਣਾ ਚਾਹੁੰਦੇ ਜੇ? ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਹਰ ਕੋਈ ਬਾਹਰ ਦਾ ਰੁੱਖ ਕਰ ਰਿਹਾ। ਕਾਰਨ ਕੀ ਮੰਨਦੇ ਹਾਂ ਅਸੀਂ ਕਿ ਇਹੋ ਹੀ ਕਾਰਨ ਹੈ ਕਿ ਕੰਮ ਨਹੀਂ ਮਿਲਦਾ? ਬਿਲਕੁਲ ਕੰਮ ਨਹੀਂ ਮਿਲਦਾ ਪਿਆ। ਕੁਝ ਸਰਕਾਰਾਂ ਦੇ ਵਾਅਦੇ ਦਿੱਤੇ ਨੇ ਆ ਜੀ, ਕਿ ਸਾਨੂੰ ਕਿਹਾ ਗਿਆ ਸੀ ਉਸ ਟਾਈਮ, ਕੈਪਟਨ ਸਰਕਾਰ ਨੇ ਕਿਹਾ ਸੀ ਕਾਰਡ, ਬੇਰੁਜ਼ਗਾਰੀ ਦਾ ਕਾਰਡ ਵੀ ਸੀ ਹੈ ਮੇਰੇ ਕੋਲ, ਮੈਂ ਉਸ ਟਾਈਮ ਉਹ ਵੀ ਫਿਲ ਕੀਤਾ ਹੈ ਆਪਣੇ ਇੱਥੇ। ਬਟ ਮੈਨੂੰ ਅੱਜ ਤੱਕ ਕਿਸੇ ਦਾ ਵੀ MLA ਤੱਕ, ਮੈਨੂੰ ਨਵਜੋਤ ਸਿੰਘ ਸਿੱਧੂ ਸਾਹਿਬ, ਉਹਨਾਂ ਦੀ ਹਲਕਾ ਕਿੰਨਾ ਦਾ ਵਾ? ਨਵਜੋਤ ਸਿੰਘ ਸਿੱਧੂ ਜੀ, ਜੋ ਉਹਨਾਂ ਦੀ ਮਿਸਿਜ਼ ਨੇ ਕਿਹਾ ਗਿਆ ਸੀ ਉਸ ਟਾਈਮ, ਸਾਡੇ ਕੋਲ ਇੱਥੇ ਆਏ ਸੀ, ਸਾਡੀ ਸਰਕਾਰ ਦਾ ਸਾਥ ਦਿਓ, ਸਾਡੀ ਸਰਕਾਰ ਬਣਵਾਓ ਤੇ ਅਸੀਂ ਤੁਹਾਡੇ ਇਸ ਮੈਟਰ ਨੂੰ ਅਸੀਂ ਸੋਲਵ ਕਰਾਂਗੇ, ਕੋਈ ਗੱਲ ਨਹੀਂ, ਤੁਸੀਂ ਹੌਸਲਾ ਰੱਖੋ। ਉਸ ਟਾਈਮ ਸਾਨੂੰ ਬੜਾ ਸਵਾਰਥ ਦਿੱਤਾ ਗਿਆ ਇਸ। ਉਸ ਤੋਂ ਬਾਅਦ ਕੋਈ ਨਹੀਂ ਆਇਆ, ਸਾਡੇ ਮੁਹੱਲੇ ਤੱਕ ਵੀ MLA ਸਾਹਿਬ ਨਹੀਂ ਵਜੇ। 4.5 ਸਾਲ ਹੋ ਗਏ, ਸਾਨੂੰ ਕਿਸੇ ਦਾ ਸਾਥ ਨਹੀਂ ਦਿੱਤਾ। ਇੰਨੀਆਂ ਸਰਕਾਰਾਂ ਆਈਆਂ ਗਈਆਂ, ਇੰਨੇ ਗਏ, ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ। ਅਸੀਂ ਅੱਜ ਬੇਰੁਜ਼ਗਾਰ ਹਾਂ, ਠੀਕ ਹੈ ਜੀ। ਸਾਡੀਆਂ ਪੜ੍ਹਾਈਆਂ ਦੇ ਬੇਸ 'ਤੇ ਸਾਨੂੰ ਸਾਡਾ ਬੇਰੁਜ਼ਗਾਰ ਜੋਬ ਹੋਏ ਹਾਂ। ਅਸੀਂ ਕਿੰਨੀ ਪੜ੍ਹੇ? ਅਸੀਂ +2 ITI ਡਿਪਲੋਮਾ ਕਰਕੇ, ਮੈਂ ਹੁਣੇ ਕੰਪਲੀਟ ਕਰਕੇ ਹਟਿਆ ਵਾਂ।
ਮੇਰਾ ਬ੍ਰਦਰ ਆ, ਠੀਕ ਹੈ ਜੀ, ਵੱਡਾ ਮੇਰੇ ਤੋਂ, ਉਹ ਵੀ ਹੁਣੇ ਪੜ੍ਹਾਈ ਕਰਦਾ ਜੀ, ਉਹਨੇ ਵੀ ITI ਡਿਪਲੋਮਾ ਕਰਕੇ ਆਪਣੀ ਆਈਲੈਟ ਦਾ ਕਰਦਾ, ਵਿੱਚ ਫਾਦਰ ਸਾਹਿਬ ਦੀ ਡੈਥ ਹੋਣ ਦੇ ਕਾਰਨ ਅਸੀਂ ਅੱਜ ਬੇਰੁਜ਼ਗਾਰ ਹੋਏ ਆ। ਸਾਡੇ ਘਰ ਦੇ ਤੇ ਲੋਨ ਤੱਕ ਆ, ਸਾਡੀ ਰਜਿਸਟਰੀ ਤੱਕ ਗਹਿਣੇ, ਅਸੀਂ ਪਰੇਸ਼ਾਨ ਹਾਂ ਅੱਜ ਕਿ ਸਾਨੂੰ ਜੋ ਸਾਡੇ ਗ੍ਰੈਂਡ ਮਦਰ ਨੂੰ, ਦਾਦੀ ਜੀ ਨੂੰ, ਸਾਡੇ ਨੂੰ ਸਵਾਰਥ ਦਿੱਤਾ ਗਿਆ ਸੀ ਕਿ ਇੱਕ ਫੈਮਿਲੀ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਜਾਂ ਉਸ ਟਾਈਮ ਉਹਨਾਂ ਨੂੰ ਲਾਲ ਕਾਰਡ ਦਾ ਕਿਹਾ ਗਿਆ ਸੀ ਕਿ ਤੁਹਾਨੂੰ ਉਹਨਾਂ ਦਾ ਮੁਆਵਜ਼ਾ ਮਿਲੂਗਾ, ਹਲੇ ਤੱਕ ਕਿਸੇ ਸਰਕਾਰ ਨੇ ਸਾਡਾ ਸਾਥ ਨਹੀਂ ਦਿੱਤਾ। ਅਸੀਂ ਅੱਜ ਇਹੀ ਦਰਖਾਸਤ ਕਰਦੇ ਹਾਂ, ਇੰਨੀਆਂ ਸਰਕਾਰਾਂ ਆਈਆਂ, ਇੰਨੀਆਂ ਗਈਆਂ, ਤੇ ਸਾਡਾ ਸਾਥ ਦਿੱਤਾ ਜਾਵੇ। ਅਸੀਂ ਬੇਰੁਜ਼ਗਾਰ ਹਾਂ ਇਸ ਟਾਈਮ। ਸਰਟੀਫਿਕੇਟ ਕਿਸ ਚੀਜ਼ ਦੇ ਫੜੇ? ਦੇਖੋ ਡੈਥ ਸਰਟੀਫਿਕੇਟ ਆ ਜੀ ਮੇਰੇ, ਠੀਕ ਹੈ ਜੀ। ਮੇਰੇ ਮਦਰ ਜਾਂ ਪੂਰਾ ਉਹਨਾਂ ਦੇ ਨਾਲ ਮੈਰਿਜ ਦਾ ਪੂਰਾ ਕੀਤਾ ਗਿਆ ਸੀ ਮੇਰੇ, ਇਸ ਟਾਈਮ ਚਲੋ ਤਾਊ ਜੀ ਸੀ ਮੇਰੇ, ਬਟ ਉਸ ਟਾਈਮ ਮੇਰੇ ਮਦਰ ਦੇ ਫਾਦਰ ਹਸਬੈਂਡ ਹੀ ਸੀ, ਬਟ ਉਹਨਾਂ ਦੇ ਆ ਦੇਖੋ ਇੱਕ ਇੱਕ ਡਾਕੂਮੈਂਟ ਪਿਆ, ਜਦ ਕਿ ਲਿਖ ਕੇ ਵੀ ਦਿੱਤਾ ਗਿਆ ਸਾਨੂੰ, ਆ ਦੇਖੋ ਕਿ ਉਸ ਟਾਈਮ ਤੁਹਾਡੀ ਪੂਰੀ ਸੁਣਵਾਈ ਹੋਏਗੀ। ਦੇਖੋ ਆ ਦੇਖੋ ਮੇਰੇ ਕੋਲ ਡੈਥ ਸਰਟੀਫਿਕੇਟ ਵੀ ਆ, ਪੋਸਟਮਾਰਟਮ ਰਿਪੋਰਟ ਤੱਕ ਵੀ ਆ ਦੇਖੋ ਬੀ ਡਿਵੀਜ਼ਨ ਥਾਣੇ ਦੇ ਵਿੱਚੋਂ ਲਿਖਿਆ ਆ, ਦੇਖੋ ਅਰਜੀ ਉਹਨਾਂ ਦੇ ਬਕਾਇਦਾ, ਦੇਖੋ ਸਾਈਨ ਤੱਕ SHO ਸਾਹਿਬ ਦੇ, ਆ ਦੇਖੋ ਸਾਰਾ ਕੁਝ ਡਿਟੇਲ ਦਿੱਤੀ ਗਈ ਹੈ ਸਾਨੂੰ, ਬਟ ਠੀਕ ਹੈ ਅੱਜ ਤੱਕ ਸਾਡਾ ਕੋਈ ਸਾਥ ਨਹੀਂ ਦਿੱਤਾ ਗਿਆ। ਉਸ ਟਾਈਮ ਆ ਦੇਖੋ ਪੋਸਟਮਾਰਟਮ ਦੀ ਰਿਪੋਰਟ ਆ ਸਾਡੇ ਕੋਲ, ਠੀਕ ਹੈ ਜੀ, ਸਭ ਕੁਝ ਸਾਡੇ ਕੋਲ ਪਿਆ ਵਾ। ਮੈਂ ਉੱਪਰ ਤੱਕ ਜਾਖੜ ਸਾਹਿਬ ਤੱਕ ਵੀ ਹੋ ਗਿਆ, ਦੇਖੋ ਮੈਂ ਤੁਹਾਨੂੰ ਦਿਖਾਣਾ, ਮਗਰ ਮੇਰੀ ਇਹੀ ਕਿਹਾ ਗਿਆ ਕਿ ਤੁਹਾਡਾ ਮੈਟਰ ਸੁਲਝਾਇਆ ਜਾਊਗਾ, ਤੁਸੀਂ ਸਾਡੀਆਂ ਸਰਕਾਰਾਂ ਬਣਵਾਓ, ਠੀਕ ਹੈ, ਸਭ ਕੁਝ ਕਰਵਾਓ, ਸਾਥ ਦਿਓ ਸਾਡਾ, ਅਸੀਂ ਤੁਹਾਡੇ ਨਾਲ ਆ। ਮਗਰ ਅੱਜ ਤੱਕ ਵੀ ਕੋਈ ਮੇਰੀ ਸੁਣਵਾਈ ਨਹੀਂ ਹੋਈ, ਕੋਈ ਕੁਝ ਨਹੀਂ ਹੋਇਆ। ਮੈਂ ਸਿੱਧੂ ਸਾਹਿਬ ਦੇ ਅੱਗੇ PA ਸਾਹਿਬ ਨਾਲ ਵੀ ਗੱਲ ਕੀਤੀ, ਸਾਨੂੰ ਮਿਲਾਇਆ ਜਾਵੇ, ਸਾਨੂੰ ਬਿਠਾ ਕੇ ਉਹਨਾਂ ਨਾਲ ਕਰਾਇਆ ਜਾਵੇ, ਠੀਕ ਹੈ। ਸਾਡੇ ਪਰਿਵਾਰ ਦੇ ਹਾਲਾਤ ਬਹੁਤ ਬੁਰੇ ਚੱਲਣ ਦੇ ਇਸ ਟਾਈਮ, ਮਗਰ ਸਾਡੀ ਕਿਸੇ ਨੇ ਸਾਰ ਨਹੀਂ ਪੁੱਛੀ। ਅਸੀਂ ਅੱਜ ਬੇਰੁਜ਼ਗਾਰ ਹਾਂ, ਬਹੁਤ ਪਰੇਸ਼ਾਨ ਹਾਂ। ਸਾਡੇ ਘਰ ਦੇ ਉੱਤੇ ਰਜਿਸਟਰੀ ਸਾਡੀ ਗਹਿਣੇ ਰੱਖੀ। ਸਭ ਕੁਝ ਜਦੋਂ ਗਏ ਸੀਗੇ ਉਹਨਾਂ ਨੇ ਕੀ ਦਿਲਾਸਾ ਦਿੱਤਾ? ਦਿਲਾਸਾ ਦਿੱਤਾ ਸੀ ਕਿ ਅਸੀਂ ਤੁਹਾਡਾ ਮੈਟਰ ਸੁਲਝਾਵਾਂਗੇ। ਮੈਂ ਉਹਨਾਂ ਦੀ ਲੈਟਰ ਤੱਕ ਉਹਨਾਂ ਨੂੰ ਦੇਣ ਤੱਕ ਕੀਤੀ ਹੈ। ਚਲੋ ਮੇਰੀ ਲੈਟਰ ਨਹੀਂ ਲਿੱਤੀ ਉਹਨਾਂ ਨੇ, ਮਗਰ ਮੈਂ ਡਾਕਟਰ ਰਾਜਕੁਮਾਰ ਵੇਰਕਾ ਜੀ ਤੇ DC ਸਾਹਿਬ ਦੇ ਵੀ ਪੇਸ਼ ਹੋਇਆ। ਉਹਨਾਂ ਦੇ PA ਸਾਹਿਬ ਨੇ ਵੀ ਮੈਨੂੰ ਇਹੀ ਕਿਹਾ ਕਿ ਤੁਸੀਂ ਉੱਪਰ ਤੱਕ ਸ਼ਾਇਦ ਪੇਸ਼ ਹੋ ਜਾਓ, ਤੁਹਾਡੀ ਸੁਣਵਾਈ ਹੋ ਜੇ। ਮਗਰ ਸੁਣਵਾਈ ਕਿਤੋਂ, ਵੱਡੇ ਲੀਡਰਾਂ ਨੂੰ ਮਿਲਣ ਹੀ ਨਹੀਂ ਦਿੰਦੇ ਸਾਨੂੰ। ਕੀ ਕਰੀ, ਆਮ ਬੰਦੇ ਦੀ ਵੈਲਿਊ ਹੀ ਨਹੀਂ ਉਸ ਚੀਜ਼ ਦੇ ਵਿੱਚ। ਅਸੀਂ ਬੜਾ ਪਰੇਸ਼ਾਨ ਹਾਂ ਜੀ, ਸਾਡੀ ਸੁਣਵਾਈ ਕੀਤੀ ਜਾਵੇ। ਅਸੀਂ ਅੱਜ ਬੇਰੁਜ਼ਗਾਰ ਹਾਂ। ਅਸੀਂ ਸਰਕਾਰ ਦੇ ਅੱਗੇ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਮੈਟਰ ਤੇ ਸਾਡਾ ਕੋਈ ਸੁਣਵਾਈ ਹੋਈ। ਬਿਲਕੁਲ ਲੀਡਰ ਵੱਡੇ ਨਹੀਂ ਹੈ, ਵੱਡੀ ਜਨਤਾ ਹੈ। ਇਹ ਗੱਲ ਸਾਨੂੰ ਸਮਝਣੀ ਪਏਗੀ। ਜੇਕਰ ਅਸੀਂ ਇਹ ਗੱਲ ਸਮਝ ਜਾਵਾਂਗੇ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਜਿੱਦਾਂ ਹੀ ਇਲੈਕਸ਼ਨ ਆਉਂਦੇ ਨੇ, ਜਿੱਦਾਂ ਹੀ ਚੋਣਾਂ ਆਉਂਦੀਆਂ ਨੇ, ਤਾਂ ਉਸੇ ਵਕਤ ਹਰ ਲੀਡਰ ਹਰ ਘਰ ਦੇ ਵਿੱਚ ਪਹੁੰਚਦਾ ਹੈ, ਹੱਥ ਜੋੜ ਕੇ ਕਹਿੰਦਾ ਕਿ ਮੈਨੂੰ ਵੋਟਾਂ ਦੇਵੋ। ਜਿੱਦਾਂ ਹੀ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲਿੱਤੀ ਜਾਂਦੀ। ਕੀ ਕਹਿਣਾ ਚਾਹੁੰਦੇ ਜੀ ਭੈਣ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਕੌਰ। ਪਹਿਲਾਂ ਕਿਸ ਤਰੀਕੇ ਦੇ ਹਾਲਾਤ ਸੀ? ਕਹਿੰਦੇ ਪਹਿਲੇ ਤੁਹਾਡਾ ਰਿਸ਼ਤਾ ਇੱਧਰ ਹੋਇਆ ਸੀ, ਮੁੜ ਕੇ ਫਿਰ ਇਹਨਾਂ ਦੀ ਮੌਤ ਹੋ ਗਈ, ਫਿਰ ਇੱਧਰ ਹੋ ਗਿਆ, ਕੀ ਹੋਇਆ ਸੀ? ਮੇਰਾ ਰਿਸ਼ਤਾ ਇਹਨਾਂ ਨਾਲ ਹੋਇਆ, ਪਹਿਲਾਂ ਹੋਇਆ ਸੀ ਤੇ 1 ਮਹੀਨੇ ਬਾਅਦ ਇਹਨਾਂ ਦੀ ਡੈਥ ਹੋ ਗਈ। ਫਿਰ ਮੇਰੇ ਮਾਂ-ਬਾਪ ਨੇ ਸਾਰੇ ਪਿਆਰ ਪੂਰਨ ਨਾਲ ਇਹਨਾਂ ਨਾਲ ਫਿਰ ਸ਼ਾਦੀ ਕਰ ਦਿੱਤੀ। ਅੱਤਵਾਦੀਆਂ ਨੇ ਇਹਨਾਂ ਨੂੰ ਮਾਰ ਦਿੱਤਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਪਿਆਰ ਪੂਰ ਦੇ ਨਾਲ ਸਾਰਿਆਂ ਨੂੰ ਕਹਿ ਕੂ ਕੇ ਇਹਨਾਂ ਦਾ ਰਿਸ਼ਤਾ ਕਰ ਦਿੱਤਾ। ਗਾੜੀ ਬੱਚੇ ਹੁਣ ਬੱਚੇ ਹੋ ਗਏ, ਹੁਣ ਜਵਾਨ ਹੋ ਗਏ, ਵਿਚਾਰੇ ਰੋਂਦੇ ਫਿਰਦੇ, ਭੜਕਦੇ ਫਿਰਦੇ ਆ। ਕੋਈ ਕੰਮ ਨਹੀਂ, ਕੋਈ ਕੁਛ ਨਹੀਂ, ਕੋਈ ਸੁਣਾਈ ਨਹੀਂ ਦਿੰਦੀ ਸਰਕਾਰ ਨੇ, ਕੋਈ ਕੁਛ ਨਹੀਂ। ਤੇ ਕੀ ਕਰਾਂਗੇ? ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਪਿਆ? ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਰੋਟੀ ਇਸ ਤਰ੍ਹਾਂ ਕਰਾਇਆ ਕਰੂਆ, ਮਾੜਾ ਮੋਟਾ ਤੱਕ ਖਾਂਦੇ, ਧੱਕਿਆਂ ਧੁੱਕਿਆਂ ਨਾਲ ਖਾਂਦੇ ਰੋਟੀ। ਰੋਟੀ ਖਾਣਾ ਥੋੜੀ ਕੋਈ ਹੈ ਸਾਡੇ ਵੱਲ, ਕੰਮ ਕਾਰ ਕੋਈ ਨਹੀਂ ਅਜੇ ਹੈਗਾ। ਇਸ ਤਰ੍ਹਾਂ ਵੇਲੇ ਤੁਰੇ ਪੈਂਦੇ, ਮਾੜਾ ਮੋਟਾ ਜਿਹਾ ਕੋਈ ਗੁਜ਼ਾਰਾ ਕਰ ਲਈਦਾ ਵਾ। ਤਾਂ ਇੱਕ ਪਾਸੇ ਕਾਰੋਬਾਰ ਨੇ ਮਾਰ ਦਿੱਤਾ, ਪਹਿਲਾਂ ਹੀ ਕਰੋਨਾ ਨੇ ਮਾਰਿਆ, ਬੜੀ ਦੁਨੀਆ ਬੇਰੁਜ਼ਗਾਰ ਹੋ ਗਈ ਹੈ। ਤਾਂ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਤਾਂ ਸ਼ਰਮ ਆਉਂਦੀ ਹੈ, ਸਰਕਾਰ ਦੇ ਉੱਤੇ ਵੀ ਸ਼ਰਮ ਆਉਂਦੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣਦੇ ਨੇ। ਕਿ ਸਾਨੂੰ ਹੱਕ ਨਹੀਂ ਕਿ ਅਸੀਂ ਸਰਕਾਰਾਂ ਦੇ ਕੁਝ ਨੁਮਾਇੰਦਿਆਂ ਨਾਲ ਜਾ ਕੇ ਗੱਲ ਕਰ ਸਕੀਏ? ਕਿ ਸਾਨੂੰ ਮਿਲਣ ਦਾ ਹੱਕ ਵੀ ਨਹੀਂ ਹੈ? ਬਾਹਰ ਖੜਾ PA ਕਹਿ ਦਿੰਦਾ ਹੈ ਕਿ ਤੁਸੀਂ ਇੱਥੇ ਨਾ ਮਿਲੋ, ਤੁਸੀਂ ਕਿਸੇ ਹੋਰ ਪਾਸੇ ਜਾਓ। ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਡੀਆਂ ਵੋਟਾਂ ਦੇ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੁਰਸੀਆਂ ਮਿਲਦੀਆਂ ਨੇ। ਤਾਂ ਜੇ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਸਿਸਟਮ ਜੀਵਾਂਗੇ, ਆਪਣੇ ਆਪ ਨੂੰ ਕਿਸ ਤਰ੍ਹਾਂ ਅਸੀਂ ਪਟਰੀ ਉੱਤੇ ਲੈ ਕੇ ਆਵਾਂਗੇ? ਹੁਣ ਅਸੀਂ ਮੰਗ ਕੀ ਕਰਦੇ ਹਾਂ, ਚਾਹੁੰਦੇ ਕੀ? ਅਸੀਂ ਕਾਰੋਬਾਰ ਕੋਈ ਵੀ ਮਿਲ ਜਾਵੇ, ਰੋਟੀ ਪਾਣੀ ਚੱਲ ਜੇ, ਇਹ ਚੀਜ਼ ਚਾਹੁੰਦੇ ਹਾਂ ਜੀ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਪੜ੍ਹਾਈ ਦੇ ਬਿਹੇਵੀਅਰ ਤੇ
ਅਸੀਂ ਇਹ ਨਹੀਂ ਕਹਿੰਦੇ ਸਾਨੂੰ ਉਸ ਟਾਈਮ ਦੀਆਂ ਨੌਕਰੀਆਂ, ਉਸ ਟਾਈਮ ਤੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੀ ਨਹੀਂ ਗਈਆਂ ਹਾਲੇ ਤੱਕ। ਬਹੁਤ ਪਰੇਸ਼ਾਨ ਆ ਸਾਨੂੰ, ਸਾਡੀ ਪੜ੍ਹਾਈ ਦੇ ਬਿਹੇਵੀਅਰ ਤੇ ਕਿਸੇ ਕਾਬਲੀਅਤ ਦੇ ਤੌਰ ਤੇ ਜੋ ਮਰਜ਼ੀ ਸਾਨੂੰ, ਅਸੀਂ ਮਿਹਨਤ ਤੋਂ ਨਹੀਂ ਡਰਦੇ, ਸਾਨੂੰ ਜਿਹੜੇ ਮਰਜ਼ੀ ਕੰਮ ਕਰਵਾ ਲਓ, ਮਗਰ ਸਾਨੂੰ ਸਾਡੀ ਪੜ੍ਹਾਈ ਦੇ ਬਿਹੇਵੀਅਰ ਤੇ ਸਾਡਾ ਰੋਜ਼ਗਾਰ ਦਿੱਤਾ ਜਾਵੇ, ਥੋੜਾ ਬਹੁਤ ਸਾਡੇ ਘਰ ਪਰਿਵਾਰ ਦਾ ਰੋਜ਼ਗਾਰ ਚੱਲ ਜੇ। ਅਸੀਂ ਇਹ ਹੀ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਡੇ ਪੜ੍ਹਾਈ ਦੇ ਬਿਹੇਵੀਅਰ ਤੇ ਜਿਸ ਤਰ੍ਹਾਂ ਦੀ ਪੜ੍ਹਾਈ ਦਾ ਉਸੇ ਹਿਸਾਬ ਨਾਲ ਸਾਨੂੰ ਕੋਈ ਨੌਕਰੀ ਪੇਸ਼ਾ ਦਿੱਤਾ ਜਾਵੇ, ਤਾਂ ਜੋ ਅਸੀਂ ਆਪਣੇ ਘਰ ਦਾ ਗੁਜ਼ਾਰਾ ਲਾ ਸਕੀਏ ਜਾਂ ਆਪਣੇ ਕਰਜ਼ੇ ਲਾ ਸਕੀਏ। ਜਿਸ ਹਿਸਾਬ ਨਾਲ ਉਮੀਦ ਹੈਗੀ ਹੈ ਕਿ ਸਰਕਾਰ ਦੇਗੀ ਤੁਹਾਨੂੰ? ਉਮੀਦ ਤੇ ਹੈਗੀ ਸੀ, ਬਟ ਜੇ ਸੁਣ ਕੇ ਇਹੋ ਜਿਹੇ ਹਾਲਾਤ ਦਿਖ ਰਹੇ ਆ ਕਿ ਅੱਜ ਉਮੀਦ ਬਣਦੀ ਨਹੀਂ ਹੈ। ਜੇ ਇੰਨੀ ਦੇਰ ਤੱਕ ਸੁਣਵਾਈ ਨਹੀਂ ਹੋਈ ਤੇ ਅੱਗੇ ਕੀ ਕਹਿ ਸਕਦੇ ਅਸੀਂ? ਸੁਣਵਾਈ ਸਾਡੇ ਸਾਲ ਹੋ ਚੁੱਕੇ ਨੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਤੁਹਾਡੇ ਪਰਿਵਾਰ ਨੂੰ ਧੱਕੇ ਤੋੜੇ ਖਾਂਦੇ ਆ? 50-60 ਸਾਲ ਹੋ ਚੁੱਕੇ ਆ ਜੀ। ਉਸ ਟਾਈਮ ਸਾਨੂੰ ਦੇਖੋ ਸਾਰਾ ਕੁਝ ਸਵਾਰਥ ਸਾਨੂੰ ਪੂਰਾ ਦਵਾਇਆ ਗਿਆ, ਆਸ਼ਵਾਸਨ ਦਵਾਇਆ ਗਿਆ ਸੀ ਕਿ ਅਸੀਂ ਪੱਕਾ ਇਹ ਕੰਮ ਕਰਵਾਵਾਂਗੇ, ਤੁਹਾਨੂੰ ਨੌਕਰੀ ਪੇਸ਼ਾ ਮਿਲੇਗਾ। ਤੇ ਉਸ ਟਾਈਮ ਲਾਲ ਕਾਰਡ ਵੀ ਮਿਲਦਾ ਸੀ, ਮੇਰੇ ਦਾਦੀ ਜੀ ਨੂੰ ਕਿਹਾ ਗਿਆ ਸੀ ਕਿ ਲਾਲ ਕਾਰਡ ਵੀ ਮਿਲੇਗਾ, ਉਹਨਾਂ ਦੇ ਵਿੱਚ ਵੀ ਤੁਹਾਡਾ ਫੰਡ ਹੁੰਦਾ। ਕਿਹੜੀ ਸਰਕਾਰ ਸੀ ਉਦੋਂ? ਕਾਂਗਰਸ ਸਰਕਾਰ ਹੀ ਸੀ ਜਿਨ੍ਹਾਂ ਨੇ ਤੁਹਾਨੂੰ ਲਾਲ ਕਾਰਡ ਦਿੱਤਾ ਸੀ, ਜਿਹੜਾ ਦਿੱਤਾ ਹੀ ਨਹੀਂ ਸੀ, ਸਾਨੂੰ ਕੁਝ ਨਹੀਂ ਦਿੱਤਾ, ਇੱਕ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਅੱਜ ਤੱਕ। ਸਿਰਫ ਸਾਡੇ ਕੋਲ ਸਾਰੇ ਡਾਕੂਮੈਂਟ ਅਸੀਂ ਉੱਪਰ ਉਸ ਟਾਈਮ ਸਰਕਾਰ ਕਾਂਗਰਸ ਦੀ ਸੀ, ਪੂਰੀਆਂ ਲੈਟਰ ਤੱਕ ਪਾਈ ਗਈ ਆ, ਬਟ ਕੀ ਕਰੇ, ਦਾਦਾ ਜੀ ਵੀ ਐਕਸਪਾਇਰ ਸੀ, ਠੀਕ ਆ, ਫਿਰ ਅੱਗੋਂ ਉਹਨਾਂ ਦੇ ਬੇਟੇ ਵੀ ਐਕਸਪਾਇਰ ਸੀ, ਤੇ ਅੱਗੋਂ ਅੱਜ ਸਾਡੇ ਫਾਦਰ ਸਾਹਿਬ ਨਾਲ ਥੋੜਾ ਬਹੁਤ ਘਰ ਦਾ ਗੁਜ਼ਾਰਾ ਚੱਲਦਾ ਸੀ, ਤੇ ਉਹ ਵੀ ਅੱਜ ਨਹੀਂ ਸਿਰ ਤੇ ਰਹੇ ਸਾਡੇ। ਅਸੀਂ ਬਹੁਤ ਪਰੇਸ਼ਾਨ ਆ ਤੇ ਹੱਥ ਬੰਨ੍ਹ ਕੇ ਜੋੜ ਕੇ ਬੇਨਤੀ ਆ ਸਰਕਾਰ ਦੇ ਅੱਗੇ, ਠੀਕ ਹੈ ਜੀ, ਸਾਡੀ ਬਿਲਕੁਲ ਹੱਲ ਕੀਤਾ ਜਾਵੇ। ਹੱਥ ਬੰਨ੍ਹ ਕੇ ਬੇਨਤੀ ਕਰਦਾ ਪਿਆ ਪਰਿਵਾਰ, ਤਾਂ ਵੱਡਾ ਬੇਟਾ ਵੀ ਮੌਜੂਦ ਹੈ। ਕੀ ਕਹਿਣਾ ਚਾਹੁੰਦੇ ਜੇ? ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਕਿ ਹਰ ਕੋਈ ਕਹਿੰਦਾ ਕਿ ਮੈਂ ਪੰਜਾਬ ਛੱਡਾਂ, ਮੈਂ ਬਾਹਰ ਜਾਵਾਂ। ਲੱਗਦਾ ਹੈ ਕਿ ਵਾਕਈ ਇਹ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਉਹਨੂੰ ਦੇਖਦਿਆਂ ਅਸੀਂ ਬਾਹਰ ਨੂੰ ਨਿਕਲਦੇ? ਅਸੀਂ ਨਾ ਆਪ ਸੋਚ ਰਹੇ ਸੀ ਵੀ ਜਿੱਦਾਂ ਐਕਚੁਅਲੀ ਇੱਥੇ ਅਸੀਂ ਥੋੜ੍ਹਾ ਜਿਹਾ ਲੋਨ ਲਿੱਤਾ ਆਇਆ ਸੀ, ਤੇ ਮੇਰੇ ਫੈਮਿਲੀ ਮੈਂਬਰ ਵੀ ਕਹਿ ਰਹੇ ਸੀ ਵੀ ਤੂੰ ਵੀ ਮਤਲਬ ਕਿਸੇ ਛੋਟੀ ਕੰਟਰੀ ਚਲ ਜਾ ਜਿੱਦਾਂ ਗੁਜ਼ਾਰਾ ਚੱਲਦਾ ਰਹੇ। ਤੇ ਅਸੀਂ ਪਹਿਲਾਂ ਹੀ ਕਰਜ਼ੇ ਜਾਂ ਕਾਫੀ, ਤੇ ਉਹੀ ਉਮੀਦ ਆ ਫਿਰ ਵੀ ਆਖਰੀ ਵੀ ਸਰਕਾਰ ਤੋਂ ਕੋਈ ਰੁਜ਼ਗਾਰ ਮਿਲ ਜੇ ਤਾਂ ਜ਼ਿਆਦਾ ਬੈਟਰ ਰਹੂਗਾ ਇੱਥੇ ਸਾਡੇ। ਹਾਂਜੀ, ਨਹੀਂ ਮਿਲ ਰਿਹਾ ਜੀ। ਕਿੰਨਾ ਕੱਦ ਕਿੰਨਾ ਭਾਜੀ ਤੁਹਾਡਾ? ਮੇਰਾ 5 ਫੁੱਟ 10। ਹਾਂਜੀ ਹਾਂਜੀ। ਤਾਂ 5 ਫੁੱਟ 10 ਇੰਚ ਕੱਦ ਹੈ। ਦੂਸਰਾ ਲੜਕਾ ਵੀ ਜਵਾਨ ਹੈ, ਅਜੇ ਉਮਰ ਚਾਹੇ ਛੋਟੀ ਹੈ ਪਰ ਜਵਾਨ ਹੈ। ਤਾਂ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਹੱਲ ਕਰ ਦਿੱਤਾ ਜਾਵੇ। ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਨੇ ਉਹ ਬਾਹਰ ਧੱਕੇ ਖਾ ਰਹੇ ਨੇ, ਬਾਹਰ ਦਾ ਰੁੱਖ ਕਰਦੇ ਨੇ। ਉਹ ਵੀ ਨੌਜਵਾਨ ਨੇ ਜਿਹੜੇ ਕਿ ਦੇਸ਼ ਨੂੰ ਉਚਾਈਆਂ ਦੇ ਉੱਤੇ ਲੈ ਕੇ ਜਾਂਦੇ, ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ। ਬੜੇ ਨੌਜਵਾਨ ਇਸ ਤਰ੍ਹਾਂ ਦੇ ਨੇ, ਬੜੇ ਲੜਕੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਰਫ ਮੌਕੇ ਦੀ ਤਲਾਸ਼ ਦੇ ਵਿੱਚ ਨੇ। ਸਾਨੂੰ ਇੱਕ ਮੌਕਾ ਦਿੱਤਾ ਜਾਵੇ। ਜੇਕਰ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਦੇਸ਼ ਦੇ ਝੰਡੇ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ, ਪਰ ਸਾਨੂੰ ਮੌਕਾ ਤੇ ਦਿਓ, ਸਾਨੂੰ ਪਤਾ ਤੇ ਲੱਗੇ ਕਿ ਅਸੀਂ ਸਰਕਾਰ ਵਾਸਤੇ ਕੁਝ ਕਰਨਾ ਹੈ। ਵੈਸੇ ਘਰ ਬੈਠੇ ਅਸੀਂ ਕੀ ਕੁਝ ਕਰ ਸਕਦੇ ਹਾਂ ਇਹ ਕੋਈ ਖਾਸ ਨਹੀਂ ਅਸੀਂ ਦੱਸ ਸਕਦੇ, ਪਰ ਫਿਲਹਾਲ ਜੇਕਰ ਮੌਕਾ ਦਿੱਤਾ ਜਾਂਦਾ ਤਾਂ ਫਿਰ ਵੱਡਾ ਇੱਕ ਤਗਮਾ ਵੀ ਜਿੱਤਣ ਦੀ ਜਿਹੜੇ ਹੌਸਲੇ ਰੱਖਦੇ ਨੇ ਸਾਡੇ ਜਿਹੜੇ ਨੌਜਵਾਨ ਨੇ ਪੰਜਾਬ ਦੇ। ਪਰ ਸਰਕਾਰ ਵੱਲੋਂ ਕੋਈ ਵੀ ਹੌਸਲਾ ਦੇਣ ਵਾਲੀ ਗੱਲ ਨਹੀਂ ਕੀਤੀ ਗਈ। ਸਿਰਫ ਤੇ ਸਿਰਫ ਇਹੋ ਹੀ ਕਿਹਾ ਗਿਆ ਹੈ ਕਿ ਅੱਜ ਨਹੀਂ ਕੱਲ੍ਹ ਤੁਹਾਡਾ ਹੱਲ ਜ਼ਰੂਰ ਹੋ ਜਾਏਗਾ। ਇਸ ਗੱਲ ਨੂੰ ਸੁਣਦਿਆਂ ਕਰੀਬ 60 ਸਾਲ ਬੀਤ ਚੁੱਕੇ ਨੇ ਇਸ ਪਰਿਵਾਰ ਨੂੰ, ਤੇ ਅੱਜ ਪਰਿਵਾਰ ਹਿੰਮਤ ਹਾਰ ਚੁੱਕਿਆ। ਅੱਜ ਪਰਿਵਾਰ ਵੱਲੋਂ ਸਿਰਫ ਇਹ ਕਿਹਾ ਜਾ ਰਿਹਾ ਕਿ ਹੁਣ ਛੋਟਾ ਮੋਟਾ ਰੋਜ਼ਗਾਰ ਦੇ ਦਿੱਤਾ ਜਾਵੇ। ਸਾਨੂੰ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ ਆਤੰਕਵਾਦੀ ਦੇ ਮਾਹੌਲ ਦੇ ਵਿੱਚ, ਸਾਨੂੰ ਉਹਦੀ ਨੌਕਰੀ ਚਾਹੇ ਨਾ ਦਿਓ, ਪਰ ਸਾਡੀ ਕਾਬਲੀਅਤ ਦੇ ਸਿਰ ਦੇ ਉੱਤੇ ਸਾਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ। ਹੁਣ ਦੇਖਦੇ ਹਾਂ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚਦੀ ਹੈ ਜਾਂ ਫਿਰ ਬਾਕੀ ਫਾਈਲਾਂ ਵਾਂਗਰ, ਬਾਕੀ ਖਬਰਾਂ ਵਾਂਗਰ ਇਹ ਵੀ ਖਬਰ ਦਬ ਕੇ ਹੀ ਰਹਿ ਜਾਏਗੀ ਜਾਂ ਫਿਰ ਫਾਈਲ ਦਬ ਕੇ ਹੀ ਰਹਿ ਜਾਏਗੀ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।